ਹੈਲੋ ਦੋਸਤੋ, ਅੱਜ ਫਿਰ ਤੋਂ ਇੱਕ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਵੀਡੀਓ ਜੁਆਇੰਟ ਪੰਜਾਬ ਦੀ ਐਡਮਿਸ਼ਨ 2022-23 ਦੇ ਰਿਗਾਰਡਿੰਗ ਰਹਿਣ ਵਾਲੀ ਹੈ। ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਤੁਹਾਨੂੰ, ਜਿਹੜੇ ਕੈਂਡੀਡੇਟ ਚਾਹੁੰਦੇ ਨੇ ਪੰਜਾਬ ਦੇ ਕਿਸੇ ਵੀ ਕਾਲਜ ਦੇ ਵਿੱਚੋਂ ਬੀਐਡ ਕੋਰਸ ਕਰਨ ਦੇ ਬਾਰੇ, ਤਾਂ ਉਹਨਾਂ ਨੂੰ ਇੱਕ ਕੰਬਾਈਨ ਐਡਮਿਸ਼ਨ ਦੇ ਲਈ ਇੱਕ ਫਾਰਮ ਫਿਲ ਕਰਨਾ ਪਵੇਗਾ ਤੇ ਉਹ ਅਲੱਗ ਵੀਡੀਓ ਦੇ ਵਿੱਚ ਮੈਂ ਡਿਸਕਸ ਕਰ ਚੁੱਕਿਆ ਹਾਂ। ਹਾਊ ਟੂ ਫਿਲ ਦਿਸ ਫਾਰਮ ਨੂੰ ਕਿਵੇਂ ਫਿਲ ਕਰ ਸਕਦੇ ਹਾਂ, ਸਟੈਪ ਬਾय ਸਟੈਪ ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈ। ਤੁਸੀਂ ਘਰ ਬੈਠੇ ਆਪਣੇ ਮੋਬਾਈਲ, ਆਪਣੇ ਫੋਨ, ਲੈਪਟਾਪ ਦੇ ਥਰੂ ਉਹ ਫਾਰਮ ਫਿਲ ਕਰ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰੀਏ ਫਾਰਮ ਤੋਂ ਬਾਅਦ ਉਸਦੇ ਐਂਟਰੈਂਸ ਐਗਜ਼ਾਮ ਦੇ ਲਈ ਸਿਲੇਬਸ ਕੀ ਰਹੇਗਾ, ਕਿਉਂਕਿ ਜੇਕਰ ਤੁਸੀਂ ਬੀਐਡ ਕਰੋਗੇ ਕਿਸੇ ਵੀ ਕਾਲਜ ਦੇ ਵਿੱਚੋਂ, ਉਸਦੇ ਲਈ ਜੁਆਇੰਟ ਪੰਜਾਬ ਬੀਐਡ ਐਡਮਿਸ਼ਨ ਦੇ ਲਈ ਤੁਹਾਨੂੰ ਫਾਰਮ ਫਿਲ ਕਰਨਾ ਪਵੇਗਾ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਸਾਰੀ ਐਡਮਿਸ਼ਨ ਕੰਡਕਟ ਕਰ ਰਹੀ ਹੈ। ਤੁਹਾਡੇ ਤੋਂ ਪਹਿਲਾਂ ਐਂਟਰੈਂਸ ਐਗਜ਼ਾਮ ਕੰਡਕਟ ਕੀਤਾ ਜਾਵੇਗਾ, ਇਸ ਤੋਂ ਬਾਅਦ ਤੁਹਾਡੀ ਕਾਉਂਸਲਿੰਗ ਹੋਵੇਗੀ ਤੇ ਇਹ ਜਿਹੜਾ ਪ੍ਰੋਸੈਸ ਹੈ ਸਾਰਾ ਬੀਐਡ ਦਾ, ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਡਕਟ ਕਰੇਗੀ ਇਸ ਵਾਰ। ਤਾਂ ਇਹ ਐਂਟਰੈਂਸ ਟੈਸਟ ਦੇ ਲਈ ਜਾਂ ਐਗਜ਼ਾਮ ਦੇ ਲਈ ਤੁਹਾਡਾ ਐਗਜ਼ਾਮ ਪੈਟਰਨ ਕੀ ਰਹੇਗਾ, ਇਸ ਦੇ ਲਈ ਸਿਲੇਬਸ ਕੀ ਰਹੇਗਾ, ਇਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਐਗਜ਼ਾਮ ਪੈਟਰਨ ਦੀ ਗੱਲ ਕਰਦੇ ਹਾਂ। ਤਾਂ ਐਗਜ਼ਾਮ ਪੈਟਰਨ ਦੇਖ ਲੈਂਦੇ ਹਾਂ। ਇਹਦੇ ਪਾਰਟ ਨੇ A B C D E, ਮਤਲਬ ਕਿ ਟੋਟਲ ਇਹਦੇ 5 ਪਾਰਟ ਨੇ। ਤਾਂ 5 ਪਾਰਟ ਦੇ ਵਿੱਚ ਤੁਹਾਨੂੰ ਇਹ ਐਗਜ਼ਾਮ ਆਵੇਗਾ। ਇਹਦੇ ਵਿੱਚ ਗੱਲ ਕਰੀਏ, ਸਭ ਤੋਂ ਪਹਿਲਾਂ ਜਿਹੜਾ A ਪਾਰਟ ਦੇ ਵਿੱਚ ਜਨਰਲ ਅਵੇਅਰਨੈਸ ਟੈਸਟ ਹੋਵੇਗਾ, ਜਿਹਦੇ ਵਿੱਚ 30 ਮਾਰਕਸ ਤੁਹਾਡੇ ਹੋਣਗੇ ਤੇ 30 ਇਹਦੇ ਵਿੱਚ ਕੁਐਸਚਨ ਰਹਿਣਗੇ। ਜਨਰਲ ਅਵੇਅਰਨੈਸ ਦੇ ਕਿਹੜੇ ਟੌਪਿਕ ਨੇ ਜਿਹੜੇ ਤੁਸੀਂ ਪੜ੍ਹਨੇ ਨੇ, ਸਟੱਡੀ ਕਰਨੇ ਨੇ, ਤਾਂ ਉਹ ਅਲੱਗ ਇਹਦੇ ਵਿੱਚ ਨੈਕਸਟ ਜਾਵਾਂਗੇ। ਉਸ ਤੋਂ ਬਾਅਦ ਟੀਚਿੰਗ ਪੋਟੈਂਸ਼ੀਅਲ ਦੇ ਵਿੱਚ ਵੀ ਕੁਝ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾਣਗੇ, ਕਿਉਂਕਿ ਤੁਸੀਂ ਬੀਐਡ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਵੀ 30 ਮਾਰਕਸ ਤੁਹਾਨੂੰ ਇਹਦੇ ਨੰਬਰ ਮਿਲਣਗੇ। ਤਾਂ ਇਹਦੇ ਵਿੱਚ ਵੀ 30 ਕੁਐਸਚਨ ਤੁਹਾਨੂੰ ਆਉਣਗੇ ਪੇਪਰ ਦੇ ਵਿੱਚ, ਤੁਸੀਂ ਤਿਆਰੀ ਕਰ ਸਕਦੇ ਹੋ। ਇਸ ਤੋਂ ਬਾਅਦ ਸੀ ਪਾਰਟ ਦੇ ਵਿੱਚ ਤੁਹਾਨੂੰ ਦੱਸ ਦੇਵਾਂ ਜਨਰਲ ਮੈਂਟਲ ਐਬਿਲਿਟੀ ਟੈਸਟ, ਤੇ ਉਹਦੇ ਵਿੱਚ ਵੀ 30 ਮਾਰਕਸ ਤੁਹਾਨੂੰ ਜਿਹੜੇ ਟੋਟਲ ਨੇ ਮਾਰਕਸ, ਉਹਦੇ ਵਿੱਚੋਂ 30 ਕੁਐਸਚਨ ਤੁਹਾਨੂੰ ਆਉਣਗੇ, ਤੁਸੀਂ ਅਟੈਂਪਟ ਕਰਨੇ। ਇਸ ਤੋਂ ਬਾਅਦ ਜਿਹੜੇ 2 ਪਾਰਟ ਨੇ ਡੀ ਤੇ ਏ, ਇਹ ਲੈਂਗੁਏਜ ਦੇ ਆਧਾਰ ਤੇ, ਤਾਂ 2 ਲੈਂਗੁਏਜਾਂ ਤੁਹਾਨੂੰ ਲੈਂਗੁਏਜ ਜਾਂ ਭਾਸ਼ਾ ਕੰਪਲਸਰੀ ਰਹਿਣਗੀਆਂ। ਤਾਂ ਇੰਗਲਿਸ਼ ਸਭ ਦੇ ਲਈ ਹੀ ਕੰਪਲਸਰੀ ਰਹੇਗੀ, ਤਾਂ ਕੰਪਲਸਰੀ ਫॉर ਆਲ ਕੈਂਡੀਡੇਟਸ। ਇਹਦੇ ਵਿੱਚ 30 ਤੁਹਾਡੇ ਮਾਰਕਸ ਹੋਣਗੇ, 30 ਕੁਐਸਚਨ ਪੁੱਛੇ ਜਾਣਗੇ। ਇੱਕ ਕੁਐਸਚਨ ਤੁਹਾਡਾ 1 ਮਾਰਕਸ ਕੈਰੀ ਕਰੇਗਾ, ਇੱਕ ਕੁਐਸਚਨ 1 ਨੰਬਰ ਦਾ ਹੋਵੇਗਾ। ਇਸ ਤੋਂ ਬਾਅਦ ਈ ਪਾਰਟ ਦੇ ਵਿੱਚ ਗੱਲ ਕਰੀਏ ਤਾਂ ਈ ਪਾਰਟ ਦੇ ਵਿੱਚ ਤੁਸੀਂ ਪੰਜਾਬੀ ਵੀ ਚੁਣ ਸਕਦੇ ਹੋ ਤੇ ਹਿੰਦੀ ਵੀ। ਮੈਂ ਦੱਸ ਦੇਵਾਂ, ਜਿਹੜੇ ਕੈਂਡੀਡੇਟ ਜਾਂ ਸਟੂਡੈਂਟ ਕੋਲ 10ਵੀਂ 'ਚ ਪੰਜਾਬੀ ਸੀ ਤਾਂ ਉਹ ਪੰਜਾਬੀ ਸਿਲੈਕਟ ਕਰ ਲੈਣ। ਜੇਕਰ ਕਿਸੇ ਵਿਦਿਆਰਥੀ ਜਾਂ ਕੈਂਡੀਡੇਟ ਕੋਲੇ ਪੰਜਾਬੀ ਨਹੀਂ ਸੀ ਤਾਂ ਉਹਨਾਂ ਦਾ ਸੋਲਿਊਸ਼ਨ ਹੈ ਕਿ ਉਹ ਆਪਣਾ ਹਿੰਦੀ ਸਬਜੈਕਟ ਚੂਜ਼ ਕਰ ਸਕਦੇ ਨੇ। ਉਹਦੇ ਵਿੱਚ ਇਹ ਤੁਹਾਡੇ ਕੋਲ ਪੰਜਾਬੀ ਨਹੀਂ ਸੀ ਤਾਂ ਤੁਸੀਂ ਹਿੰਦੀ ਦਾ ਪੇਪਰ ਦਿਓਗੇ। ਇਹਨਾਂ ਵਿੱਚ ਦੋਨਾਂ ਦੇ ਵਿੱਚ ਹੀ 30 ਨੰਬਰ ਦਾ ਪੇਪਰ ਆਵੇਗਾ ਤੇ 30 ਹੀ ਕੁਐਸਚਨ ਹੋਣਗੇ ਇਸ ਪੇਪਰ ਦੇ ਵਿੱਚ। ਟੋਟਲ ਤੁਹਾਨੂੰ ਇਹ ਜਿਹੜਾ ਪੇਪਰ ਆਵੇਗਾ ਦੱਸ ਦੇਵਾਂ, ਇਹ MCQ ਟਾਈਪ ਤੁਹਾਡਾ ਕੁਐਸਚਨ ਪੇਪਰ ਰਹੇਗਾ ਤੇ ਇਹਦੇ ਵਿੱਚ 150 MCQ ਕੁਐਸਚਨ ਰਹਿਣਗੇ। ਤਾਂ ਇਹਦੇ ਵਿੱਚ 150 ਮਾਰਕਸ ਹੋਣਗੇ, ਤਾਂ ਤੁਹਾਡੀ 150 ਮਾਰਕਸ ਦੇ ਵਿੱਚੋਂ ਹੀ ਮੈਰਿਟ ਬਣੇਗੀ। ਇਸ ਤੋਂ ਬਾਅਦ ਫੁੱਲ ਅਲੱਗ ਤੋਂ ਵੀ ਤੁਹਾਨੂੰ ਕ੍ਰਾਈਟੇਰੀਆ ਦੱਸਿਆ ਜਾਵੇਗਾ ਤੁਹਾਡੇ ਮਾਰਕਸ ਕਿਵੇਂ ਬਣਨਗੇ। ਇਸ ਤੋਂ ਬਾਅਦ ਗੱਲ ਕਰੀਏ ਜਿਹੜਾ ਕੁਐਸਚਨ 1 ਤੋਂ ਲੈ ਕੇ 90 ਤੱਕ, ਮਤਲਬ ਕਿ ਇਹ ਸਾਰੇ 3 ਪਾਰਟ, ਤਾਂ 3 ਪਾਰਟ ਦੇ 3 ਪਾਰਟ ਤੁਹਾਨੂੰ ਇੰਗਲਿਸ਼ ਪੰਜਾਬੀ ਦੋਨੋਂ ਮੀਡੀਅਮ ਦੇ ਵਿੱਚ ਮਿਲਣਗੇ। ਇਸ ਤੋਂ ਬਾਅਦ ਇੰਗਲਿਸ਼ ਵਾਲਾ ਪਾਰਟ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਕਰਨਾ ਪਵੇਗਾ। ਜੇਕਰ ਤੁਹਾਡੇ ਕੋਲ ਪੰਜਾਬੀ ਹੈ ਤਾਂ ਤੁਹਾਨੂੰ ਪੰਜਾਬੀ ਦਾ ਪਾਰਟ ਕਰਨਾ ਪਵੇਗਾ। ਜੇਕਰ ਤੁਹਾਡੇ ਕੋਲ ਹਿੰਦੀ ਹੈ ਤਾਂ ਹਿੰਦੀ ਦਾ ਪਾਰਟ ਤੁਹਾਨੂੰ ਕਰਨਾ ਪਵੇਗਾ। ਉਸ ਤੋਂ ਬਾਅਦ ਤੁਹਾਨੂੰ ਦੱਸ ਦੇਵਾਂ, ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ, ਤਾਂ ਤੁਸੀਂ ਮਨ ਚਾਹੇ ਜੋ ਵੀ ਆਪਸ਼ਨ ਹੋਏ ਲਗਾ ਕੇ ਆਉਣਾ, ਤੁੱਕੇ ਲਗਾ ਕੇ ਆਉਣਾ, ਤੁਹਾਡਾ ਕਲੀਅਰ ਹੋ ਜਾਵੇਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪਾਰਟ 1 ਦੇ ਵਿੱਚ ਜਨਰਲ ਅਵੇਅਰਨੈਸ ਟੈਸਟ ਦੇ ਵਿੱਚ ਤੁਹਾਨੂੰ 30 ਨੰਬਰ ਦੇ MCQ ਪੁੱਛੇ ਜਾਣਗੇ। ਉਹਦੇ ਵਿੱਚ ਤੁਸੀਂ ਕਿਹੜੇ ਟੌਪਿਕ ਤੇ ਜ਼ਿਆਦਾ ਫੋਕਸ ਕਰਨਾ ਹੈ। ਸਭ ਤੋਂ ਪਹਿਲਾਂ ਐਜੂਕੇਸ਼ਨ ਦੇ ਕੁਝ ਟੌਪਿਕ ਨੇ ਜਿਹੜੇ ਅਸੀਂ ਕਰਾਵਾਂਗੇ। ਐਜੂਕੇਸ਼ਨ ਦੇ ਟੌਪਿਕ ਨੇ ਉਹ ਤੁਸੀਂ ਕਰਨੇ ਨੇ। ਸਾਇੰਸ ਦੇ ਵਿੱਚੋਂ ਤੁਹਾਨੂੰ MCQ ਆਉਣਗੇ। ਸੋਸ਼ਲ ਸਾਇੰਸ ਦੇ ਵਿੱਚੋਂ ਲੈਂਗੁਏਜ ਦੇ ਆਧਾਰ ਤੇ ਤੁਹਾਨੂੰ MCQ ਪੁੱਛੇ ਜਾਣਗੇ। ਲਿਟਰੇਚਰ ਦੇ ਵਿੱਚੋਂ ਵੀ ਪੁੱਛੇ ਜਾਣਗੇ। ਆਰਟ ਐਂਡ ਕਲਚਰ ਦੇ ਵਿੱਚੋਂ ਵੀ ਤੁਹਾਡੇ ਤੋਂ MCQ ਪੁੱਛੇ ਜਾਣਗੇ। ਸਪੋਰਟਸ ਐਂਡ ਗੇਮਸ ਦੇ ਵਿੱਚੋਂ ਵੀ ਤੁਹਾਡੇ ਤੋਂ MCQ ਪੁੱਛੇ ਜਾਣਗੇ।
गवर्नमेंट पॉलिसी ऑफ एजुकेशन मोस्ट इंपॉर्टेंट जे गल करा जो भी पॉलिसी आई ਜਾਂ ਤੁਹਾਡੇ ਜਿਵੇਂ 2020 ਦੀ ਨੈਸ਼ਨਲ ਪॉलिसी आई है ਨੈਸ਼ਨਲ ਐਜੂਕੇਸ਼ਨ ਪॉलिसी ਤਾਂ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਤੁਸੀਂ ਪੜ੍ਹ ਲੈਣਾ ਹੈ ਕਿਉਂਕਿ ਉਹਦੇ ਆਧਾਰ ਤੇ ਇੱਕ ਜਾਂ ਦੋ ਤੁਹਾਡੇ ਤੋਂ MCQ ਪੁੱਛੇ ਜਾ ਸਕਦੇ ਨੇ। ਇਸ ਤੋਂ ਬਾਅਦ ਹੂਜ਼ ਐਂਡ ਹੂ ਇਹ ਵੀ ਬਹੁਤ ਜ਼ਰੂਰੀ ਹੈ, ਕੁਝ ਤੁਸੀਂ ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਗੱਲ ਕਰੀਏ ਕਰੰਟ ਅਫੇਅਰ ਦੀ ਤਾਂ ਮੈਂ ਤੁਹਾਨੂੰ ਦੱਸ ਦੇਵਾਂ 15 ਦੇ ਵਿੱਚੋਂ ਘੱਟੋ ਘੱਟ ਤੁਹਾਨੂੰ 5 MCQ ਕਿਸ ਤੋਂ ਵਿੱਚੋਂ ਪੁੱਛੇ ਜਾਣਗੇ ਕਰੰਟ ਅਫੇਅਰ ਦੇ ਵਿੱਚੋਂ, ਜਿਵੇਂ ਪੋਲੀਟੀਕਲ ਸਾਇੰਸ ਦੇ ਵਿੱਚੋਂ ਪੋਲੀਟੀਕਲ ਸੋਸ਼ਲ ਐਂਡ ਇਕਨੋਮਿਕਸ ਦੇ ਵਿੱਚੋਂ ਕੁਝ ਟੌਪਿਕ ਨੇ ਜਿਹੜੀ ਕਰੰਟ ਅਫੇਅਰ ਦੇ ਵਿੱਚ ਚੱਲਦੇ ਜਾਣਗੇ। ਉਹਨਾਂ ਵਿੱਚੋਂ ਘੱਟੋ ਘੱਟ ਤੁਹਾਡੇ ਤੋਂ 5 ਨੰਬਰ, ਘੱਟੋ ਘੱਟ ਗੱਲ ਕਰ ਰਹੇ ਹਾਂ 5 ਨੰਬਰ ਦੇ MCQ ਪੁੱਛੇ ਜਾਣਗੇ। ਉਸ ਤੋਂ ਬਾਅਦ ਜ਼ਿਆਦਾ ਵੇਟੇਜ ਕਿਸ ਦੀ ਰਹੇਗੀ? ਸਾਇੰਸ ਐਂਡ ਸੋਸ਼ਲ ਸਾਇੰਸ ਦੀ। ਇਹਦੇ ਵਿੱਚੋਂ ਲਗਭਗ 10 MCQ ਤੁਹਾਡੇ ਤੋਂ ਪੁੱਛੇ ਜਾ ਸਕਦੇ ਨੇ। ਇੱਕ ਐਜੂਕੇਸ਼ਨ ਦੇ ਪੁੱਛਿਆ ਜਾ ਸਕਦਾ, ਲੈਂਗੁਏਜ ਤੇ ਲਿਟਰੇਚਰ ਤੇ ਆਰਟ ਐਂਡ ਕਲਚਰ ਤੇ ਸਪੋਰਟਸ ਦੀ, ਜਿਹੜੀ ਇਹ ਵੀ ਕਰੰਟ ਅਫੇਅਰ ਦੇ ਵਿੱਚੋਂ ਕਿਤੇ ਨਾ ਕਿਤੇ ਆ ਜਾਵੇਗੀ। ਜਿਵੇਂ ਕਰੰਟ ਅਫੇਅਰ ਦੇ ਵਿੱਚੋਂ ਇਹ ਸਪੋਰਟਸ ਵੀ ਆ ਜਾਵੇਗੀ ਧਿਆਨ ਦੇ ਨਾਲ। ਐਂਡ ਹੂਜ਼ ਐਂਡ ਹੂ ਇਹਦੇ ਵਿੱਚੋਂ ਵੀ ਤੁਹਾਨੂੰ ਇੱਕ ਘੱਟੋ ਘੱਟ ਇੱਕ, ਇਸ ਤੋਂ ਜ਼ਿਆਦਾ ਨਹੀਂ ਪੁੱਛਿਆ ਜਾਣਾ MCQ ਤੁਹਾਡੇ ਤੋਂ ਪੁੱਛਿਆ ਜਾਵੇਗਾ। ਟੋਟਲ ਮਿਲਾ ਕੇ 30 ਨੰਬਰ ਤੁਹਾਡੇ ਆ ਜਾਣਗੇ। 10 ਤੇ 5 15 ਤਾਂ ਤੁਸੀਂ ਜੇਕਰ ਤਿਆਰੀ ਕਰੋਗੇ ਚੰਗੀ ਤਰ੍ਹਾਂ ਤਾਂ ਇਹਦੇ ਵਿੱਚੋਂ 15 ਨੰਬਰ ਤੁਹਾਡੇ ਕਿਤੇ ਨਹੀਂ ਗਏ। ਇਸ ਤੋਂ ਬਾਅਦ ਗੱਲ ਕਰੀਏ ਪਾਰਟ B ਦੀ ਤਾਂ ਪਾਰਟ B ਦੇ ਵਿੱਚ ਹੈ ਟੀਚਿੰਗ ਆਫ ਪੋਟੈਂਸ਼ੀਅਲ। ਇਹਦੇ ਵਿੱਚ 30 ਮਾਰਕਸ ਰਹਿਣਗੇ, 30 ਨੰਬਰ ਦਾ ਇਹ ਪਾਰਟ ਹੈ। ਤੇ ਉਹਦੇ ਵਿੱਚ ਆਪਾਂ ਕੀ ਪੜ੍ਹਨਾ ਹੈ? ਨੌਲੇਜ ਆਫ ਟੀਚਿੰਗ ਲਰਨਿੰਗ ਪ੍ਰੋਸੈਸ ਆਫ ਐਜੂਕੇਸ਼ਨ ਸਿਸਟਮ। ਤਾਂ ਐਜੂਕੇਸ਼ਨ ਸਿਸਟਮ ਵਿੱਚ ਟੀਚਿੰਗ ਜਿਹੜੀ ਰਹੇਗੀ, ਟੀਚਿੰਗ ਲਰਨਿੰਗ ਪ੍ਰੋਸੈਸ ਉਹ ਕੀ ਰਹੇਗਾ? ਤੁਸੀਂ B.Ed ਕਰ ਰਹੇ ਹੋ ਤਾਂ ਇਹ ਸੋਚ ਕੇ ਚੱਲੋ ਇੱਕ ਸਟੂਡੈਂਟ ਤੇ ਟੀਚਰ ਦੇ ਵਿੱਚ ਰਿਲੇਸ਼ਨ, ਉਹਦੇ ਵਿੱਚ ਸਿਸਟਮ ਕੀ ਹੈ, ਇੰਡੀਆ ਦੇ ਵਿੱਚ ਕਿੱਦਾਂ ਆ। ਇਹਦੇ ਵਿੱਚ ਆਪਾਂ ਪੜਾਂਗੇ ਨॉन फॉर्मल एंड डिस्टेंस एजुकेशन। नॉन फॉर्मल एंड डिस्टेंस एजुकेशन ਦੇ ਬਾਰੇ ਤੁਹਾਡੇ ਤੋਂ MCQ ਪੁੱਛੇ ਜਾਣਗੇ। ਇਹ ਵੀ 30 ਨੰਬਰ ਦਾ ਘੱਟੋ ਘੱਟ ਇਹਦੇ ਵਿੱਚ ਤੁਸੀਂ ਫੋਕਸ ਕਰਿਓ 20 ਤੋਂ 25 ਨੰਬਰ ਲਿਜਾਣ ਦੀ, ਕਿਉਂਕਿ ਤੁਸੀਂ ਤਿਆਰੀ ਕਰੋਗੇ ਤਾਂ 20 ਤੋਂ 25 ਨੰਬਰ ਤੁਹਾਡੇ ਕਿਤੇ ਨਹੀਂ ਗਏ, ਬਹੁਤ ਕੋਈ ਜ਼ਿਆਦਾ ਔਖਾ ਤੁਹਾਨੂੰ ਪੇਪਰ ਨਹੀਂ ਆਵੇਗਾ। ਇਸ ਤੋਂ ਬਾਅਦ ਆਡੀਓ ਵਿਜ਼ੂਅਲ ਏਡਸ ਐਂਡ ਮਾਸ ਮੀਡੀਆ। ਦੇਖੋ ਆਡੀਓ ਵਿਜ਼ੂਅਲ ਏਡਸ ਜਿਹੜੇ ਟੀਚਰ ਯੂਜ਼ ਕਰਦਾ ਹੈ ਕਲਾਸਰੂਮ ਦੇ ਵਿੱਚੋਂ, उसके आधार पर तुहाडे तो पूछे जाएंगे इस तरह के प्रश्न, जिमें कि आडियो विजुअल एड्स का मतलब की है, ये किहड़ी आडियो विजुअल एड्स आउणगे। इस तो बाद मास मीडिया ते कुछ तुहाडे तो प्रश्न पूछे जा सकते हैं MCQ टाइप। तो मास मीडिया का काफ़ी जिहड़े मास मीडिया दे विच अंडर आउंदे ने, तुसीं वो भी ध्यान दे विच रखना है। जिहड़े कॉन्स्टिट्यूशन ऑफ इंडिया दे विच जिहड़े कि इंडियन कॉन्स्टिट्यूशन दे विच जिवें कि कुछ आर्टिकल्स ने उन्होंने भी ध्यान दे विच रखते हैं। 21A इस तरह के कुछ जिहड़े कि राइट टू इक्वलिटी भी दिंदे ने, राइट टू एजुकेशन भी आपां नूं प्रोवाइड करते हैं। इस तो बाद जनरल अवेयरनेस ऑफ नैशनल लैवल एजुकेशन एजेंसीज। देखो जनरल अवेयरनेस अलग तो है, नैशनल लैवल एजुकेशन एजेंसियां जो भी चलता है, तुसीं करंट अफेयर करोगे आई थिंक तुहाडा ये डाउट हो जाएंगे क्लीयर। जो भी एजुकेशन के रिगार्डिंग होया ध्यान दे नाल तुसीं नोट करके अपनी कॉपी के उत्ते रखना है। ऑर्गेनाइजेशन ऑफ सोशल पोलीटिकल इकनॉमिक्स एंड कल्चरल एजेंडा जो भी चलणगे वो तुसीं करते जाना है। इस तो बाद एप्टीट्यूड ऑफ टीचिंग प्रोफैशनल। टीचिंग प्रोफैशनल विच स्टूडेंट ते टीचर दे विच रिलेशन दसना है। करैक्टरिस्टिक देयर एडजस्टमेंट किवें करेगा, टीचर किवें पढ़ाएगा ते बच्चे उन्होंने किद्दां ट्रीट करनगे। इस तरह के कुछ बेसिक से तुहानूं तो MCQ पूछे जाणगे। इस तो बाद क्लासरूम प्रॉब्लम ऑफ लर्नर्स एंड देयर सोल्यूशन। ਤਾਂ ਤੁਸੀਂ ਪੜ੍ਹਾਉਂਦੇ ਪਏ ਹੋ ਐਜ਼ ਏ ਟੀਚਰ, ਤੁਸੀਂ ਸੋਚ ਕੇ ਦੇਖਿਓ ਤਾਂ ਤੁਹਾਡੇ ਨੂੰ ਕੀ ਪ੍ਰੋਬਲਮ ਆਉਣਗੀਆਂ, ਬੱਚਿਆਂ ਨੂੰ ਕੀ ਆਉਣਗੀਆਂ ਤੇ ਉਹਦਾ ਸੋਲੂਸ਼ਨ ਕੀ ਹੈ। ਜਿਵੇਂ ਕਿ ਤੁਸੀਂ ਪੜ੍ਹਾ ਰਹੇ ਹੋ ਵੋਲਕੈਨੋ, ਤਾਂ ਵੋਲਕੈਨੋ ਦੇ ਬਾਰੇ ਬੱਚਿਆਂ ਨੂੰ ਨਹੀਂ ਪਤਾ, ਤੁਸੀਂ ਉਹਨਾਂ ਨੂੰ ਇੱਕ ਮਾਡਲ ਦੇ ਥਰੂ ਦੱਸੋਗੇ ਜਾਂ ਇੱਕ ਪਿਕਚਰ ਦੇ ਥਰੂ ਦੱਸੋਗੇ ਜਾਂ ਵੀਡੀਓ ਦੇ ਥਰੂ, ਸ਼ਾਇਦ ਉਹਨਾਂ ਨੂੰ ਜਲਦੀ ਸਮਝ ਆ ਜਾਵੇ। ਇਸ ਤਰ੍ਹਾਂ ਦੀ ਕੁਝ ਪ੍ਰੋਬਲਮਾਂ ਆਉਣਗੀਆਂ ਜਿਹੜੀਆਂ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। इस तो बाद जेकर गल करिए एडजस्टमेंट प्रॉब्लम ऑफ ह्यूमन रिलेशन विद कैंडीडेट्स कॉलेज एंड एडमिन। तो इस तरह के कुछ रिलेशन बनते हैं कैंडीडेट के कॉलेजों के नाल, इस तरह नॉर्मल तुहाडे तो पूछे जाएंगे। इस तो बाद मोस्ट इंपोर्टेंट 10 टॉपिक बचे ने अपने कोले जिहड़े हमेशा ही B.Ed दे विच, जेकर तुसीं B.Ed कर ली फिर भी तुहाडे सिलेबस दे विच होणगे। तुसीं CTET PTET की गल कर रहे हो, एग्जामिनेशन तो एग्जामिनेशन तुसीं किस तरह कंडक्ट करोगे, उन्हां दा अवैल्यूएशन मतलब बच्चों का तुसीं किस तरह करोगे, किवें बच्चों ने इंक्रीज किया या उन्होंने डिक्रीज किया या उन्होंने मैंटैलिटी लैवल अप होया
ਡਿਵੈਲਪਮੈਂਟ ਹੋਈ ਆ ਜਾਂ ਨਹੀਂ, ਇਹ ਸਾਰਾ ਇਹਦੇ ਵਿੱਚ ਆਵੇਗਾ ਤੇ ਇਹ ਵੀ ਧਿਆਨ ਦੇਣਾ। ਉਸ ਤੋਂ ਬਾਅਦ ਅਸੈਸਮੈਂਟ, ਜੇਕਰ ਗੱਲ ਕਰਾਂ ਅਸੈਸਮੈਂਟ ਦੀ, ਅਸੈਸਮੈਂਟ ਫਾਰਮੇਟਿਵ, ਸਮੈਟਿਵ, ਬਹੁਤ ਸਾਰੇ ਟਾਈਪ ਦੀ ਹੈ, ਟਰਮ ਵਾਈਜ਼ ਅਸੈਸਮੈਂਟ ਵੀ ਬਹੁਤ ਜ਼ਰੂਰੀ ਹੈ। ਤੇ ਇਹਦੀ ਆਈ ਥਿੰਕ ਇਹਦੇ ਤੋਂ 2 ਜਾਂ 3 MCQ ਕੁਐਸਚਨ ਜ਼ਰੂਰ ਪੁੱਛੇ ਜਾਣਗੇ। ਤੇ ਇਸ ਤੋਂ ਬਾਅਦ ਲਾਇਬ੍ਰੇਰੀ ਯੂਜ਼, ਤਾਂ ਲਾਇਬ੍ਰੇਰੀ ਯੂਜ਼ ਦੇ ਵਿੱਚ ਬੁੱਕਸ ਵੀ ਆ ਜਾਣਗੇ, ਤੁਹਾਨੂੰ ਦੱਸ ਦੇਵਾਂ ਬੁੱਕਸ ਵੀ ਆ ਜਾਣਗੇ। ਤਾਂ ਬੁੱਕਸ ਤੇ ਪੁੱਛੇ ਜਾਣਗੇ ਲਾਇਬ੍ਰੇਰੀ ਯੂਜ਼ ਕਿਉਂ ਕਰਨੀ ਹੈ, ਬੁੱਕਸ ਦੇ ਬਾਰੇ। ਤਾਂ ਇਹਦੇ ਵਿੱਚ ਵੀ 1 ਜਾਂ 2 MCQ ਪੱਕਾ ਤੁਹਾਡੇ ਤੋਂ ਪੁੱਛੇ ਜਾਣਗੇ। ਇਸ ਤੋਂ ਬਾਅਦ ਸਕੂਲ ਐਂਡ ਸੋਸਾਇਟੀ, ਸਭ ਤੋਂ ਵੱਡਾ ਟੌਪਿਕ। ਸਕੂਲ ਕਿਸ ਤਰ੍ਹਾਂ ਹੋਣਾ ਚਾਹੀਦਾ, ਦੀ ਬਿਲਡਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਸੋਸਾਇਟੀ ਸਕੂਲ ਨੂੰ ਕਿਵੇਂ ਮਤਲਬ ਕਿ ਇਨਫਲੂਐਂਸ ਕਰਦੀ ਹੈ, ਮਤਲਬ ਕਿ ਕਿੱਦਾਂ ਪ੍ਰਭਾਵਿਤ ਕਰਦੀ ਆ, ਸੋਸਾਇਟੀ ਦਾ ਕੀ ਰੋਲ ਹੈ ਐਜੂਕੇਸ਼ਨ ਦੇ ਵਿੱਚ ਜਾਂ ਸਕੂਲ ਦੇ ਵਿੱਚ, ਸਕੂਲ ਦਾ ਕੀ ਰੋਲ ਹੈ ਸੋਸਾਇਟੀ ਦੇ ਵਿੱਚ। ਇਸ ਤਰ੍ਹਾਂ ਰਿਲੇਸ਼ਨ ਹੋਣਗੇ ਤਾਂ ਤੁਸੀਂ, ਜੇਕਰ ਤੁਸੀਂ ਚੰਗੀ ਤਰ੍ਹਾਂ ਇਸ ਚੀਜ਼ਾਂ ਨੂੰ ਸਮਝੋਗੇ ਤਾਂ ਤੁਸੀਂ ਈਜ਼ੀਲੀ ਅਟੈਂਪਟ ਕਰ ਪਾਓਗੇ। ਕਿਉਂਕਿ MCQ ਦੇ ਕਾਫੀ, ਤੁਹਾਨੂੰ ਦੱਸ ਦੇਵਾਂ, ਜਿਹੜੀ ਸਪੈਸ਼ਲ ਟੀਚਿੰਗ ਪੋਟੈਂਸ਼ੀਅਲ ਦੇ ਵਿੱਚ ਹੋਣਗੇ ਉਹਦੇ ਵਿੱਚ MCQ ਤੁਹਾਨੂੰ ਇਦਾਂ ਵੀ ਲੱਗੇਗਾ A ਆਪਸ਼ਨ ਵੀ ਸਹੀ ਹੈ, B ਵੀ ਸਹੀ ਹੈ, C ਵੀ ਸਹੀ ਹੈ, D ਵੀ ਸਹੀ ਹੈ। ਬਟ ਤੁਸੀਂ ਇਹਨਾਂ ਵਿੱਚ ਇੱਕ ਜਿਹੜੀ ਬਿਲਕੁਲ ਪ੍ਰੋਪਰ ਹੋਈ, ਇੱਕ ਬੱਚਿਆਂ ਦੇ ਟੀਚਰ ਦੇ ਵਿੱਚ ਰਿਲੇਸ਼ਨ ਚੰਗਾ ਬਣਾਉਂਦੇ ਹੋ, ਉਹਨਾਂ ਨੂੰ ਹੀ ਸਿਲੈਕਟ ਕਰਿਓ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ, ਤੁਹਾਡੇ 4 ਦੇ 4 ਆਪਸ਼ਨ ਵੀ ਸਹੀ ਹੋ ਸਕਦੇ ਆ, ਇਸ ਕਰਕੇ ਆਲ ਆਫ ਥੀਸ ਦਾ ਆਪਸ਼ਨ ਹੋਵੇਗਾ ਉਹ ਵੀ ਸਿਲੈਕਟ ਕਰਨਾ ਨਾ ਭੁੱਲਣਾ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਾਰਟ C ਦੀ। ਤਾਂ ਪਾਰਟ C ਦੇ ਵਿੱਚ ਹੈ ਜਨਰਲ ਮੈਂਟਲ ਐਬਿਲਿਟੀ ਟੈਸਟ। ਤਾਂ ਇਹ ਵੀ 30 ਨੰਬਰ ਦਾ ਪੇਪਰ ਰਹੇਗਾ, MCQ ਟਾਈਪ ਤੁਹਾਡੇ ਤੋਂ ਪੁੱਛਿਆ ਜਾਵੇਗਾ। ਮੈਂ ਬਹੁਤਾ ਤੁਹਾਨੂੰ ਇਸ ਤੇ ਫੋਕਸ ਨਹੀਂ ਕਰਦਾ, ਇਸ ਦੇ ਲਈ ਮੈਂ ਦੱਸ ਦੇਵਾਂ, ਤੁਹਾਨੂੰ ਘੱਟੋ ਘੱਟ ਇਹਦੇ ਵਿੱਚੋਂ 15 ਨੰਬਰ ਲੈ ਆਏ ਤਾਂ ਤੁਹਾਡਾ ਇਹ ਪੇਪਰ ਕਲੀਅਰ ਹੋ ਜਾਵੇਗਾ। ਆਪਾਂ ਬਹੁਤਾ ਫੋਕਸ ਨਹੀਂ ਕਰਦੇ। 50% ਆਪਾਂ ਗੱਲ ਕਰੀਏ 50% ਦੀ, ਤਾਂ 50% ਪੇਪਰ ਤੁਸੀਂ ਅਟੈਂਪਟ ਕਰ ਲਿਆ ਤੇ ਤੁਹਾਡੇ ਮਾਰਕਸ ਆ ਗਏ 15, ਤਾਂ ਤੁਹਾਡਾ ਪੇਪਰ ਕਲੀਅਰ ਆ, ਤੁਹਾਨੂੰ ਦੀ ਐਡਮਿਸ਼ਨ ਦੇ ਲਈ ਕੋਈ ਰੋਕ ਨਹੀਂ ਸਕਦਾ। ਇਹਦੇ ਵਿੱਚ ਗੱਲ ਕਰੀਏ ਨੰਬਰ ਸਿਸਟਮ ਦੀ, ਨੰਬਰ ਸੀਰੀਜ਼ ਦੀ। ਨੰਬਰ ਸੀਰੀਜ਼ ਦੇ ਰਿਗਾਰਡਿੰਗ ਕੋਈ MCQ ਆਉਣਗੇ ਤੁਹਾਡੇ ਤੋਂ, ਕਲਾਸੀਫਿਕੇਸ਼ਨ ਦੇ, ਐਨਾਲੋਗੀਜ਼, ਕੋਡ ਐਂਡ ਡੀ ਕੋਡ ਤੇ ਇੱਕ ਘੱਟੋ ਘੱਟ 1 ਜਾਂ 2 ਪੱਕਾ ਇਹਦੇ MCQ ਤੁਹਾਡੇ ਤੋਂ ਪੁੱਛੇ ਜਾਣਗੇ। ਇਹ ਚੀਜ਼ ਦਾ ਰੱਖਣਾ, MCQ ਤੁਹਾਡੇ ਤੋਂ 1 ਜਾਂ 2 ਕੋਡਿੰਗ ਡੀ ਕੋਡਿੰਗ ਚ ਪੱਕਾ ਪੁੱਛੇ ਜਾਣਗੇ। ਇੱਕ ਲਾਸਟ ਆਪਣੇ ਕੋਲ ਬਲੱਡ ਰਿਲੇਸ਼ਨ, ਇਹਦੇ ਵਿੱਚੋਂ ਵੀ 1 ਜਾਂ 2 MCQ ਪੱਕਾ ਤੁਹਾਡੇ ਤੋਂ ਪੁੱਛੇ ਜਾਣਗੇ ਬਲੱਡ ਰਿਲੇਸ਼ਨ ਤੇ। ਇਸ ਤੋਂ ਬਾਅਦ ਗੱਲ ਕਰੀਏ ਡਿਟੈਕਟਿਵ ਇੰਡਕਟਿਵ ਰੀਜ਼ਨਿੰਗ, ਇਹਦੇ ਵਿੱਚੋਂ 2 ਜਾਂ 3 MCQ ਪੁੱਛੇ ਜਾਣਗੇ, ਕਿਉਂਕਿ ਇਹਨਾਂ ਦੀ ਹਮੇਸ਼ਾ ਹੀ ਪੇਪਰ ਦੇ ਵਿੱਚ ਵੇਟੇਜ ਜ਼ਿਆਦਾ ਰਹੀ ਹੈ। ਇਸ ਤੋਂ ਬਾਅਦ ਗ੍ਰਾਫ ਐਂਡ ਫਿਗਰਸ, ਇਹ ਵੀ ਧਿਆਨ ਦੇ ਵਿੱਚ ਰੱਖੋ, ਇਹਨੂੰ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਜਿਹੜੇ ਜਿਹੜੇ ਕੁਝ ਟੌਪਿਕ ਨੇ ਜਿਹੜੇ ਤੁਸੀਂ ਬਹੁਤ ਧਿਆਨ ਦੇ ਵਿੱਚ ਰੱਖਦੇ ਹੋ। ਦੇਖੋ ਫਸਟ ਟੌਪਿਕ ਜੇ ਰੱਖਣਾ ਤੁਸੀਂ ਇਸ ਤਰ੍ਹਾਂ, ਇਹਨੂੰ ਬਹੁਤ ਧਿਆਨ ਦੇ ਵਿੱਚ ਰੱਖਿਓ, ਬਲੱਡ ਰਿਲੇਸ਼ਨ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਨੰਬਰ ਸੀਰੀਜ਼ ਨੂੰ, ਕੁਝ ਕੋਡ ਡੀ ਕੋਡ, ਇਸ ਤਰ੍ਹਾਂ ਦੇ ਕੁਝ ਟੌਪਿਕ ਨੇ, ਜੇਕਰ ਤੁਸੀਂ ਇਹ ਕਰ ਲੈਂਦੇ ਹੋ ਤਾਂ ਤੁਸੀਂ ਸੋਚ ਕੇ ਚੱਲੋ 15 ਮਾਰਕਸ ਲੈ ਕੇ ਜਾਣੇ ਆ। ਜੇਕਰ ਤੁਹਾਡਾ ਮੈਥ ਕਮਜ਼ੋਰ ਹੈ ਤਾਂ 15 ਨੰਬਰ ਲੈ ਕੇ ਜਾਣੇ ਆ, ਇੰਨਾ ਸੋਚ ਕੇ ਰੱਖਿਓ। ਕਰਕੇ ਅਟੈਂਪਟ ਸਾਰੇ ਆਉਣੇ ਨੇ, 30 MCQ ਤੁਹਾਡੇ ਤੋਂ ਪੁੱਛੇ ਜਾਣਗੇ, 30 ਦੇ 30 ਅਟੈਂਪਟ, ਪਰ ਸ਼ੋਰਟੀ ਨਾਲ ਤੁਸੀਂ 15 ਹੀ ਸਿਲੈਕਟ ਕਰਨਾ, ਮਤਲਬ 15 ਹੋਣੀ ਚਾਹੀਦੀ ਹੈ ਸਹੀ ਆਪਣੇ। ਇਸ ਤੋਂ ਬਾਅਦ ਪਾਰਟ D ਦੀ ਗੱਲ ਕਰੀਏ, ਜਿਹੜੀ ਇੰਗਲਿਸ਼ ਆ, ਇੰਗਲਿਸ਼ ਦਾ ਪੇਪਰ ਤਾਂ ਇੰਗਲਿਸ਼ ਦੇ ਵਿੱਚ ਹੀ ਹੋਵੇਗਾ ਤੇ ਕੰਪਲਸਰੀ ਹੈ ਸਾਰੇ ਸਟੂਡੈਂਟਾਂ ਦੇ ਲਈ, ਕੈਂਡੀਡੇਟ ਦੇ ਲਈ। ਇਹਦੇ ਵਿੱਚੋਂ ਕੁਝ ਟੌਪਿਕ ਨੇ, ਦੇਖੋ ਟੌਪਿਕ ਨੇ ਗ੍ਰਾਮਰ ਦੇ, ਗ੍ਰਾਮਰ ਤੁਹਾਡੀ ਪੁੱਛੀ ਜਾਣੀ ਹੈ, ਆਰਟੀਕਲ, ਪ੍ਰੋਪੋਜੀਸ਼ਨ, ਇਸ ਤਰ੍ਹਾਂ ਦੇ, ਟੈਂਸ ਬਾਰੇ। ਤਾਂ ਇਹਦੇ ਵਿੱਚੋਂ ਘੱਟੋ ਘੱਟ ਤੁਹਾਡੇ 5 ਤੋਂ 7 MCQ ਪੁੱਛੇ ਜਾ ਸਕਦੇ ਨੇ ਗ੍ਰਾਮਰ ਦੇ ਵਿੱਚ ਘੱਟੋ ਘੱਟ। ਉਸ ਤੋਂ ਮੁਹਾਵਰੇ ਐਂਡ ਵੋਕੈਬਲਰੀ, ਤਾਂ ਇਹਦੇ ਵਿੱਚੋਂ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ, 4 ਤੋਂ 5 MCQ ਇਹਦੇ ਵੀ ਪੁੱਛੇ ਜਾਣਗੇ। ਇੱਕ ਅਪਰੋਕਸੀਮੇਟਲੀ ਦੱਸ ਰਿਹਾ। ਕਰੈਕਸ਼ਨ, ਤਾਂ ਤੁਹਾਨੂੰ ਕੋਈ ਕਰੈਕਸ਼ਨ, ਫਿਲਿੰਗ ਦਾ ਬਲੈਂਕਸ, ਇਸ ਤਰ੍ਹਾਂ ਦਾ ਕੁਝ ਪੁੱਛਿਆ ਜਾਵੇਗਾ, ਇਹਦੇ ਵਿੱਚੋਂ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ। ਇਹਦੇ ਵਿੱਚ ਵੀ ਕੋਈ ਵੇਟੇਜ ਰਹੇਗੀ 4-5 ਨੰਬਰਾਂ ਦੀ। ਉਹ ਤੋਂ ਬਾਅਦ ਰਿਟਨ ਕੰਪਰੀਹੈਂਸ਼ਨ, ਤਾਂ ਇਹਦੇ ਵਿੱਚੋਂ ਵੀ ਦੇਖੋ ਕੰਪਰੀਹੈਂਸ਼ਨ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਈਜ਼ੀ ਹੈ, ਜੇਕਰ ਤੁਸੀਂ ਕਰਨਾ ਚਾਹੋ ਤਾਂ ਈਜ਼ੀਲੀ ਹੋਵੇਗਾ। ਜੇਕਰ ਤੁਹਾਡੇ ਕੋਲ ਵੋਕੈਬ ਚੰਗੀ ਆ, ਤੁਹਾਡੀ ਮਤਲਬ ਵੋਕੈਬ ਚੰਗੀ ਹੋਣ ਕਰਕੇ ਤੁਹਾਨੂੰ ਰੈਮਿੰਗ ਦਾ ਪਤਾ ਹੋਵੇਗਾ, ਸਭ ਕੁਝ ਇਸ ਤਰ੍ਹਾਂ ਈਜ਼ੀਲੀ ਤੁਸੀਂ ਕਰ ਸਕਦੇ ਹੋ। ਤਾਂ ਤੁਸੀਂ ਭੁੱਲਿਓ ਨਾ, ਬਾਕੀ ਕੰਪਰੀਹੈਂਸ਼ਨ ਨੂੰ ਨਾ ਛੱਡਿਓ, ਇਹ ਜ਼ਰੂਰ ਕਰਕੇ ਆਓ। ਗ੍ਰਾਮਰ ਦੇ ਤੁਹਾਨੂੰ ਦੱਸ ਦਿੰਦਾ 507 MCQ ਪੱਕਾ ਆਉਣਗੇ। ਤਾਂ ਤੁਸੀਂ ਇੰਗਲਿਸ਼ ਤੁਹਾਡੀ ਵੀਕ ਹੈ ਤਾਂ ਇਹਦੇ ਵਿੱਚੋਂ ਤੁਸੀਂ 15 ਨੰਬਰ ਨਹੀਂ ਲਿਜਾ ਸਕਦੇ, ਤਾਂ ਐਟਲੀਸਟ 10 ਨੰਬਰ ਤਾਂ ਤੁਸੀਂ ਲਿਜਾ ਸਕਦੇ ਹੋ ਈਜ਼ੀਲੀ, ਕਿਉਂਕਿ ਤੁਸੀਂ ਤੁੱਕੇ ਵੀ ਲਾ ਕੇ ਆਏ, 30 ਦੇ ਵਿੱਚੋਂ ਤੁੱਕੇ ਵੀ ਲਾ ਕੇ ਆਏ, ਤੁਹਾਡੇ 10 ਮਾਰਕਸ ਤਾਂ ਈਜ਼ੀਲੀ ਬਣ ਹੀ ਜਾਣਗੇ। ਇਸ ਤੋਂ ਬਾਅਦ ਗੱਲ ਕਰੀਏ ਪਾਰਟ E ਦੀ, ਤਾਂ ਇਹਦੇ ਵਿੱਚ ਪੰਜਾਬੀ ਆਵੇਗਾ ਤੇ ਹਿੰਦੀ।
ਇਹਦੇ ਵਿੱਚ ਆਪਸ਼ਨ ਹੋਵੇਗੀ, ਜਾਂ ਤਾਂ ਤੁਸੀਂ ਪੰਜਾਬੀ ਕਰ ਸਕਦੇ ਹੋ, ਨਹੀਂ ਫਿਰ ਤੁਸੀਂ ਹਿੰਦੀ। ਇਹ ਵੀ 30 ਨੰਬਰ ਦਾ, ਤੇ ਇਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਇਹਦੇ ਤਾਂ ਤੁਸੀਂ 25 ਤੋਂ ਘੱਟ ਨੰਬਰ ਲੈ ਕੇ ਹੀ ਨਹੀਂ ਜਾਣੇ। 20 ਤੋਂ ਐਟਲੀਸਟ ਤੁਸੀਂ 20 ਤੋਂ 25 ਤਾਂ ਲੈ ਕੇ ਜਾਓ, ਕਿਉਂਕਿ ਤੁਸੀਂ ਮੈਰਿਟ ਦੇ ਵਿੱਚ ਆਓ, ਤੁਹਾਡਾ ਕਲੀਅਰ ਹੋ ਜਾਵੇ ਪੇਪਰ, ਇਹਦੀ ਮੈਰਿਟ ਬਣੇਗੀ ਅਲੱਗ ਤੋਂ। ਉਹਦੇ ਵਿੱਚ ਕਿਹੜੇ ਟੌਪਿਕ ਹੋਣਗੇ? ਸਭ ਤੋਂ ਪਹਿਲੀ ਵਿਆਕਰਨ। ਤਾਂ ਵਿਆਕਰਨ ਦੇ ਵਿੱਚੋਂ ਕੁਝ ਟੌਪਿਕ ਹੋਣਗੇ ਜਿਹੜੇ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਮੁਹਾਵਰੇ ਐਂਡ ਸ਼ਬਦਾਵਲੀ, ਸ਼ਬਦਾਵਲੀ ਤਾਂ ਮੁਹਾਵਰੇ ਵੀ ਹੋਣਗੇ, ਕੁਝ ਮੁਹਾਵਰੇ ਨੇ ਜੋ ਆਪਾਂ ਦੇਖਾਂਗੇ ਕਿਸ ਤਰ੍ਹਾਂ ਦੇ ਮੁਹਾਵਰੇ ਪੁੱਛੇ ਜਾਂਦੇ ਨੇ ਲਾਸਟ ਈਅਰ ਦੇ ਵਿੱਚ, ਕਿਸ ਤਰ੍ਹਾਂ ਦੇ ਸ਼ਬਦਾਵਲੀ ਵਿੱਚ ਉਸ ਤਰ੍ਹਾਂ ਦੇ ਰਹਿਣਗੇ। ਤੁਸੀਂ ਸੁਧਾਰ ਐਂਡ ਵਿਰਾਮ ਚਿੰਨ੍ਹ ਦੇ ਬਾਰੇ ਵੀ ਧਿਆਨ ਦੇ ਵਿੱਚ ਰੱਖੋ ਕਿ ਇਸ ਤਰ੍ਹਾਂ ਦੇ ਵੀ ਤੁਹਾਡੇ ਤੋਂ ਪੁੱਛੇ ਜਾਣਗੇ, ਸੇਮ ਹਿੰਦੀ ਦੇ ਵਿੱਚ ਹੋਣਗੇ। ਤੇ ਉਸ ਤੋਂ ਬਾਅਦ ਲਿਖਤੀ ਸਮਝ, ਰਿਟਨ ਕੰਪਰੀਹੈਂਸ਼ਨ, ਇਸ ਤਰ੍ਹਾਂ ਦੇਖ ਸਕਦੇ ਹੋ, ਇਹ ਵੀ ਸੇਮ, ਕਿਉਂਕਿ ਪੰਜਾਬੀ ਦਾ ਪਾਰਟ ਆ, ਤੁਸੀਂ 20 ਤੋਂ 25 ਨੰਬਰ ਨਹੀਂ ਛੱਡਣੇ। ਤੁਸੀਂ ਪੰਜਾਬ ਦੇ ਸਟੂਡੈਂਟ ਹੋ, ਕੋਈ ਬਹੁਤਾ ਔਖਾ ਪੇਪਰ ਨਹੀਂ ਆਵੇਗਾ, 20 ਤੋਂ 25 ਨੰਬਰ ਨਹੀਂ ਛੱਡਣੇ। ਜੇਕਰ ਤੁਸੀਂ 20 ਤੋਂ 25 ਨੰਬਰ ਲੈ ਕੇ ਜਾਂਦੇ ਆ, ਮੇਥੋਂ ਲਿਖਵਾ ਕੇ ਲੈ ਲਓ ਤੁਸੀਂ, 80% ਸ਼ੋਰਟੀ ਹੈ ਤੁਹਾਡਾ ਪੇਪਰ ਕਲੀਅਰ ਹੋ ਜਾਵੇਗਾ। ਤੁਸੀਂ 10-10 ਨੰਬਰ ਬਾਕੀ ਵੀ ਕਰਦੇ ਹੋ, 10-10 ਨੰਬਰ ਦਾ ਪਾਰਟ, ਟੋਟਲ ਜਿਹੜੇ ਕਿ 5 ਪਾਰਟ ਨੇ, 40 ਨੰਬਰ ਆਪਣੇ ਇੱਕ ਆ ਗਏ। ਜੇ 10-10 ਨੰਬਰ ਲੈ ਕੇ ਚੱਲੀਏ 150 ਤੋਂ, ਤੇ ਇਹਦੇ ਵਿੱਚੋਂ 20 ਨੰਬਰ ਆਏ ਤਾਂ 60 ਨੰਬਰ ਵਾਲਾ ਤਾਂ ਕੁਆਲੀਫਾਈਡ ਆਰਾਮ ਨਾਲ ਹੋ ਜਾਵੇਗਾ। ਇਸ ਤਰ੍ਹਾਂ ਤੁਸੀਂ ਲੈ ਕੇ ਚੱਲਣਾ ਹੈ। ਜੁਆਇੰਟ ਬੀਐਡ ਐਡਮਿਸ਼ਨ 2022-23 ਦੇ ਲਈ ਪ੍ਰੋਸੈਸ ਤੁਹਾਨੂੰ ਦੱਸ ਚੁੱਕੇ ਹਾਂ। ਹਾਊ ਟੂ ਫਿਲ ਫਾਰਮ ਅਪਲਾਈ ਔਰ ਆਨਲਾਈਨ ਅਪਲਾਈ, ਇਹ ਬੀਐਡ ਦੇ ਲਈ ਐਡਮਿਸ਼ਨ ਦੇ ਲਈ ਅਲੱਗ ਤੋਂ ਵੀਡੀਓ ਵਿੱਚ ਮੈਂ ਡਿਸਕਸ ਕਰ ਚੁੱਕਿਆ ਹਾਂ, ਵੀਡੀਓ ਪ੍ਰੋਪਰ ਬਣਾ ਚੁੱਕਿਆ ਹਾਂ। ਤੁਸੀਂ ਫਿਲ ਕਿਵੇਂ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਐਨੀ ਡਾਊਟ ਕੰਟੈਕਟ ਅਸ ਔਨ ਇੰਸਟਾਗ੍ਰਾਮ ਅਕਾਊਂਟ ਜਾਂ ਫਿਰ ਟੈਲੀਗ੍ਰਾਮ ਚੈਨਲ। ਸਾਡਾ ਟੈਲੀਗ੍ਰਾਮ ਚੈਨਲ ਹੈ JV ਸਟੇਸ਼ਨ ਤੇ ਸਾਡਾ WhatsApp ਗਰੁੱਪ ਵੀ ਹੈ, ਜਿਹੜਾ ਬੀਐਡ ਦੀ ਐਡਮਿਸ਼ਨ ਦੇ ਬਾਰੇ ਸਭ ਕੁਝ ਤੁਸੀਂ ਪੁੱਛ ਸਕਦੇ ਹੋ। ਗਰੁੱਪ ਦੇ ਵਿੱਚ ਜੋ ਵੀ ਲੈਕਚਰ ਰਹੇਗਾ ਅਪਲੋਡ ਕਰ ਦਿਆ ਕਰਾਂਗੇ ਟਾਈਮ ਟੂ ਟਾਈਮ, ਤਾਂ ਤੁਸੀਂ ਜੁਆਇਨ ਕਰ ਸਕਦੇ ਹੋ। ਤੁਹਾਡੀ ਕੋਈ ਵੀ ਇਨਕੁਆਇਰੀ ਉਹਦੇ ਵਿੱਚ ਪੁੱਛ ਸਕਦੇ ਹੋ। ਇਸ ਤੋਂ ਬਾਅਦ ਕਮੈਂਟ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ। ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਜਲਦੀ, ਤਾਂ ਵੀਡੀਓ ਤੁਹਾਨੂੰ ਚਾਹੀਦੀ ਹੈ ਤਿਆਰੀ ਦੇ ਲਈ, ਤੁਸੀਂ ਕਮੈਂਟ ਕਰਿਓ। ਜੇਕਰ ਜ਼ਿਆਦਾ ਕਮੈਂਟ ਆਏ ਸਾਨੂੰ, ਤਾਂ ਅਸੀਂ ਜਲਦ ਉਹਨਾਂ ਦੀਆਂ ਉਹ ਵੀਡੀਓ ਬਣਾਵਾਂਗੇ, ਕਿਉਂਕਿ ਬਹੁਤ ਸਾਰੇ ਕੈਂਡੀਡੇਟ ਇਹ ਪੇਪਰ ਦੇਣਗੇ, ਕਿਉਂਕਿ ਬੀਐਡ ਚੱਲ ਪਈ ਹੈ ਇਸ ਵਾਰ। ਕਿਉਂਕਿ ਬੀਐਡ ਤਾਂ ਕਹਿ ਰਹੇ ਹਾਂ ਕਿਉਂਕਿ ਬੱਚਿਆਂ ਦੇ ਸੋਚ ਰਹੇ ਨੇ ਅੱਗੇ ਆਉਣ ਵਾਲਾ ਸਮਾਂ ਵੀ ਹੈ, ਕਿਉਂਕਿ ਬੀਐਡ ਦੇ ਵਿੱਚ ਜ਼ਿਆਦਾ ਐਡਮਿਸ਼ਨ ਦੇ ਬਾਰੇ, ਤਾਂ ਐਡਮਿਸ਼ਨ ਸੋਚ ਰਹੇ ਆ ਤਾਂ ਉਹਨਾਂ ਨੂੰ ਪਹਿਲਾਂ ਪੇਪਰ ਕਲੀਅਰ ਕਰਨਾ ਪੈਣਾ ਹੈ। ਇੰਟਰੈਂਸ ਐਗਜ਼ਾਮ ਰੱਖਿਆ ਗਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ, ਉਹ ਪਹਿਲਾਂ ਕਲੀਅਰ ਕਰਨਾ ਪੈਣਾ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਇਸ ਤਰ੍ਹਾਂ ਦੇ ਅਪਡੇਟਸ ਜਾਂ ਕੋਈ ਵੀ ਤੁਹਾਨੂੰ ਵੀਡੀਓ ਹੋਵੇ ਬੀਐਡ ਐਡਮਿਸ਼ਨ ਦੇ ਰਿਗਾਰਡਿੰਗ ਜਾਂ ਬੀਐਡ ਦੇ ਪ੍ਰੈਪਰੇਸ਼ਨ ਦੇ ਰਿਗਾਰਡਿੰਗ ਪੇਪਰ ਦੇ, ਤੁਸੀਂ ਦੇਖ ਸਕਦੇ ਹੋ।